सतनाम श्री वाहिगुरु साहिब जी। डंडाउत बंदन अनेक बार, सर्व कला समरथ डोलन ते राखो प्रभु। नानक दे कर हथ सतगुर आयो सरन तोहारी। मिलै सुख नाम हर सो पाआ, चिंता लाही हमारी। हूँ आया दूरों चल के, मैं तकी ताऊं सरनाए जियो। मैं आशा रखी चित मह, मेरा सब दुख गवाही जियो। परम सत्कारयोग सतगुरां दी साजी नींह बाजी। गुरु प्यारी गुरु सवारी गुरु दा खास रूप साध संग जीओ। आप सर्वत सिख संघ दा बहुत बहुत धन्यवाद किया जाता है जी। जिया नूं आख्या जाता है। आओ गुरु प्यारो रल मिल के सतगुरां दी पवित्र बाणी दी विचार करिए। सतगुरां दे वचनां दे नाल सांझ पाइए, जिन्हां वचनां दे नाल अज आपां सतगुरां दी अपार किरपा सदका सांझ पावांगे। वो वचन धन धन सतगुरु अर्जन देव महाराज साहिब उन्हां दे पवित्र मुखारबिंद तो उचारण किए हुए ने। ते अज दे इन्हां वचनां दे द्वारा सतगुरु सानू की बख्शिश करदे ने। गौड़ी मुहला पंजवा। जीवत साड़ जाहे देवाने, मोया उनते को बरसाने। जीवत का भाव हुंदा सत्संग जी जिउंदियां। दीवाने का भाव हुंदा हे कमले मनुख। उन्नति का भाव हुंदा उन्हां तो। को बरसाने का भाव हुंदा कौन लाभ उठा सकते हैं। सतगुरु अर्जन देव महाराज इन्हां वचनां दे नाल बख्शिश करदे ने कि जीवत साड़ जाहे दीवाने, मोया उनते को बरसाने। पातशाह कहंदे ही झल्ले मनुखा, ही पागल मनुखा, जिहड़े मायक पदार्थ मनुख नूं जिउंदा ही सड़ जांदे ने। जिहड़े मायक पदार्थ मनुख नूं जिउंदिआं नूं ही सड़ जांदे ने ते मौत आउण ते उन्हां दे पासों कौन कोई लाभ उठा सकता है। मोया उनते को बरसाने। पातशाह कहंदे सिमर गोबिंदा मन तन धुर लिखिया, काहूं काज न आबत विखिया रहाओ। सिमर गोबिंदा मन तन उर लिखे आ। मन का भाव हुंदा है
ਮਨ ਦੇ ਵਿੱਚ। ਤਨ ਦਾ ਭਾਵ ਹੁੰਦਾ ਹੈ ਤਨ ਦੇ ਵਿੱਚ। ਧੁਰ ਦਾ ਭਾਵ ਹੁੰਦਾ ਹੈ ਸ਼ੁਰੂ ਤੋਂ ਲਿਖਿਆ ਹੋਇਆ ਦਾ ਭਾਵ ਹੁੰਦਾ ਹੈ ਉਕਰਿਆ ਹੋਇਆ। ਵਿਖਿਆ ਦਾ ਭਾਵ ਹੁੰਦਾ ਹੈ ਮਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ ਪਰਮਾਤਮਾ ਦਾ ਨਾਮ ਸਿਮਰ। ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ। ਹੇ ਭਾਈ ਪਰਮਾਤਮਾ ਦਾ ਨਾਮ ਸਿਮਰ। ਇਹ ਸਿਮਰਨ ਲੇਖ ਧੁਰੋਂ ਰੱਬੀ ਨਿਯਮ ਦੇ ਅਨੁਸਾਰ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਵਿੱਚ ਸਦਾ ਲਈ ਉਕਰਿਆ ਰਹਿ ਸਕਦਾ ਹੈ। ਪਰ ਇਹ ਮਾਇਆ ਜਿਸ ਦੀ ਖਾਤਰ ਸਾਰੀ ਉਮਰ ਮਨੁੱਖ ਭੱਜ ਦੌੜ ਕਰਦਾ ਰਹਿੰਦਾ ਸਾਧ ਸੰਗਤ ਜੀ, ਤੇ ਸਾਰੀ ਉਮਰ ਮਨੁੱਖ ਭੱਜ ਦੌੜ ਕਰਦਾ ਰਹਿੰਦਾ ਹੈ ਮਾਇਆ ਦੇ ਪਿੱਛੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰ ਅਖੀਰ ਵੇਲੇ ਇਹ ਮਾਇਆ ਮਨੁੱਖ ਦੇ ਕੰਮ ਨਹੀਂ ਆਉਂਦੀ। ਇਸ ਮਾਇਆ ਨੂੰ ਛੱਡ ਕੇ ਮਨੁੱਖ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਵਿਖੈ ਠਗੌਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬੂ ਨ ਜਾਈ। ਠਗੌਰੀ ਠਗੌਰੀ ਦਾ ਭਾਵ ਹੁੰਦਾ ਸਾਧ ਸੰਗੀ ਠੱਗ ਮੂਰੀ, ਠੱਗ ਬੂਟੀ। ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਨੇ, ਉਹਨੂੰ ਕਹਿੰਦੇ ਨੇ ਠਗੌਰੀ। ਵਿਖੈ ਠਗੌਰੀ ਦਾ ਭਾਵ ਹੁੰਦਾ ਹੈ ਵਿਸਿਆਂ ਦੀ ਠੱਗ ਬੂਟੀ। ਜਿਨ ਦਾ ਭਾਵ ਹੁੰਦਾ ਹੈ ਜਿਸ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਭਾਈ ਇੱਕ ਗੱਲ ਚੇਤੇ ਰੱਖ। ਹੇ ਭਾਈ ਗੱਲ ਚੇਤੇ ਰੱਖ, ਜਿਸ ਜਿਸ ਮਨੁੱਖ ਨੇ ਵਿਸਿਆਂ ਦੀ ਠੱਗ ਬੂਟੀ ਖਾ ਲਈ, ਵਿਕਾਰਾਂ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਉਸ ਮਨੁੱਖ ਦੀ ਜਿਹਨੇ ਕਿਹਾ ਇਹ ਠੱਗ ਬੂਟੀ ਖਾ ਲਈ। ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ। ਪਾਤਸ਼ਾਹ ਕਹਿੰਦੇ ਦਾਰਨ ਦੁੱਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੈ ਉਤਰੈ ਪਾਰ। ਦਾਰਨ ਦਾ ਭਾਵ ਹੁੰਦਾ ਹੈ ਭਿਆਨਕ। ਦੁਤਰ ਦਾ ਭਾਵ ਹੁੰਦਾ ਹੈ ਜਿਸ ਤੋਂ ਪਾਰ ਲੰਘਣਾ ਔਖਾ ਹੈ। ਉਤਰ ਸਿੱਧਾ ਭਾਵ ਹੁੰਦਾ ਸਾਧ ਸੰਗੀ ਤੂੰ ਪਾਰ ਲੰਘੇਗਾ। ਸਤਿਗੁਰੂ ਕਹਿੰਦੇ ਹੇ ਭਾਈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਹੇ ਭਾਈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਦੇ ਨਾਲ ਭਰਪੂਰ ਹੈ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਮਨੁੱਖ ਨੂੰ ਬੜੇ ਦੁੱਖ ਵਾਪਰਦੇ ਨੇ। ਇਹ ਸੰਸਾਰ ਬੜੇ ਭਿਆਨਕ ਦੁੱਖਾਂ ਦੇ ਨਾਲ ਭਰਪੂਰ ਹੈ। ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਗਾ। ਜਿਤ ਨੂੰ ਪਾਰ ਇਸ ਸੰਸਾਰ ਸਮੁੰਦਰ ਤੋਂ ਕੋਈ ਲੰਘਾ ਸਕਦਾ ਹੈ ਉਹ ਹੈ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੇ ਨਾਮ ਦਾ ਸਿਮਰਨ। ਤੇ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਵੀ ਮਨੁੱਖ ਪਾਰ ਨਹੀਂ ਲੰਘ ਸਕਦਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਸਾਧ ਸੰਗ ਮਿਲ ਦੋਏ ਕੁਲ ਸਾਧ ਰਾਮ ਨਾਮ ਨਾਨਕ ਆਰਾਧ। ਸਾਧ ਸੰਗ ਮਿਲ ਦੋਏ ਕੁਲ ਸਾਧ। ਦੋਏ ਕੁਲ ਦਾ ਭਾਵ ਹੁੰਦਾ ਹੈ ਇਹ ਦੋਨੇ ਜਹਾਨ ਮਾਤਲੋਕ ਔਰ ਪਰਲੋਕ।
ਲੋਕ ਪਰਲੋਕ। ਸਾਧ ਦਾ ਭਾਵ ਹੁੰਦਾ ਹੈ ਸਵਾਰ ਲੈ, ਅਰਾਧ ਦਾ ਭਾਵ ਹੁੰਦਾ ਹੈ ਸਿਮਰ। ਸਤਿਗੁਰੂ ਕਹਿੰਦੇ ਸਾਧ ਸੰਗ ਮਿਲ ਦੋਏ, ਕੁਲ ਸਾਧ RAM ਨਾਮ ਨਾਨਕ ਅਰਾਧ। ਹੀ ਨਾਨਕ ਆਖ ਹੇ ਭਾਈ, ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰ। ਸਾਧ ਸੰਗਤ ਵਿੱਚ ਮਿਲ ਕੇ ਬੈਠ। ਜਦੋਂ ਸਾਧ ਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਜਪੇਂਗਾ ਨਾ, ਤਾਂ ਫਿਰ ਇੱਕ ਬਰਕਤ ਵਰਤ ਜਾਣੀ ਹੈ। ਉਸ ਵਰਕ ਦੇ ਨਾਲ ਇਹ ਲੋਕ ਆ ਪਰਲੋਕ ਤੇਰੇ ਦੋਨੇ ਸਬਰ ਜਾਣਗੇ। ਸਾਧ ਸੰਗਤ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਨ ਦੇ ਦੁਆਰਾ ਤੇਰੇ ਦੋਨੇ ਲੋਕ ਸਬਰ ਜਾਣਗੇ। ਇਸ ਜਹਾਨ ਦੇ ਵਿੱਚ ਵੀ ਤੇਰਾ ਮੁਖ ਉਜਲਾ ਹੋਣਾ, ਸਤਿਕਾਰ ਹੋਣਾ, ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਤੇਰਾ ਮੁਖ ਉਜਲਾ ਹੋਣਾ ਹੈ। ਦੋਨੇ ਤੇਰੇ ਜਹਾਨ ਸੌਖੇ ਹੋ ਜਾਣਗੇ ਪਰਮਾਤਮਾ ਦੀ ਬੰਦਗੀ ਦੀ ਬਰਕਤ ਦੇ ਨਾਲ। ਪਾਸਾ ਕਹਿੰਦੇ ਗੌੜੀ ਮਹੱਲਾ ਪੰਜਵਾ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਪਾਸਾ ਕਹਿੰਦੇ ਹੀ ਭਾਈ, ਵੇਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਆਂ। ਉਸ ਵਾਹਿਗੁਰੂ ਦੇ ਘਰ ਦਾ ਨਿਆਂ ਵੇਖ ਤੂੰ, ਜਿਹੜੀ ਦਾੜੀ ਗਰੀਬਾਂ ਦੇ ਉੱਤੇ ਖਿੱਚਦੀ ਰਹਿੰਦੀ ਹੈ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਜੇ ਦਾੜੀ ਦਾ ਭਾਵ ਹੁੰਦਾ ਜਿਹੜੀ ਦਾੜੀ, ਖਿੰਜਾ ਦਾ ਭਾਵ ਖਿੰਜਦੀ ਹੈ, ਪਾਰ ਬ੍ਰਹਮ ਦਾ ਭਾਵ ਹੁੰਦਾ ਹੈ ਪਰਮੇਸ਼ਰ ਨੇ, ਸਾ ਦਾ ਭਾਵ ਉਹ ਦਾੜੀ। ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਨਿਆਂ ਵੇਖ। ਜਿਹੜੀ ਦਾੜੀ ਗਰੀਬਾਂ ਦੇ ਉੱਤੇ ਖਿੱਚਦੀ ਰਹਿੰਦੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹ ਦਾੜੀ ਅੱਗ ਦੇ ਵਿੱਚ ਸਾੜ ਦਿੱਤੀ। ਭਾਵ ਜਿਹੜਾ ਮਨੁੱਖ ਹੰਕਾਰ ਦੇ ਵਿੱਚ ਆ ਕੇ ਦੂਸਰਿਆਂ ਨੂੰ ਦੁਖੀ ਕਰਦਾ ਰਹਿੰਦਾ, ਦੂਸਰਿਆਂ ਦੀ ਆਤਮਾ ਨੂੰ ਦੁਖੀ ਕਰਦਾ ਰਹਿੰਦਾ ਹੈ ਨਾ, ਉਹ ਮਨੁੱਖ ਨਾ ਤਾਂ ਆਪ ਸੌਖਾ ਬਸਦਾ ਹੈ, ਜਿਹੜਾ ਦੂਸਰਿਆਂ ਨੂੰ ਦੁਖੀ ਕਰਦਾ ਹੈ, ਉਹ ਆਪ ਵੀ ਕ੍ਰੋਧ ਦੀ ਅੱਗ ਦੇ ਵਿੱਚ ਮਨੁੱਖ ਸੜਦਾ ਰਹਿੰਦਾ ਹੈ। ਹੰਕਾਰ ਦੇ ਵਿੱਚ ਆ ਕੇ ਜਿਹੜਾ ਦੂਸਰਿਆਂ ਨੂੰ ਦੁਖੀ ਕਰਦਾ ਹੈ। ਪਾਤਸ਼ਾਹ ਕਹਿੰਦੇ ਪੂਰਾ ਨਿਉ ਕਰੇ ਕਰਤਾਰ, ਆਪਣੇ ਦਾਸ ਕੋ ਰਖਨਹਾਰ ਰਹਾਓ। ਪੂਰਾ ਦਾ ਭਾਵ ਹੁੰਦਾ ਹੈ ਜਿਸ ਦੇ ਵਿੱਚ ਕੋਈ ਉਕਾਈ ਨਹੀਂ ਹੁੰਦੀ। ਰਖਨਹਾਰ ਦਾ ਭਾਵ ਹੁੰਦਾ ਹੈ ਰੱਖਣ ਦੀ ਤਾਕਤ ਵਾਲਾ, ਸਹਾਇਤਾ ਕਰਨ ਵਾਲਾ। ਪਾਤਸ਼ਾਹ ਕਹਿੰਦੇ ਹੇ ਭਾਈ, ਜੀਵਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਨਿਆਂ ਕਰਦਾ। ਉਹ ਕਿਸੇ ਦੇ ਨਾਲ ਧੱਕਾ ਨਹੀਂ ਕਰਦਾ, ਉਹ ਤਾਂ ਸਾਰੇ ਜੀਵਾਂ ਦੇ ਨਾਲ ਇਨਸਾਫ ਕਰਦਾ ਹੈ। ਆਪਣੇ ਪੈਦਾ ਕੀਤੇ ਜੀਵਾਂ ਨੂੰ ਇੱਕ ਅੱਖ ਦੇ ਨਾਲ ਉਹ ਵੇਖਦਾ ਹੈ ਪਰਮਾਤਮਾ। ਉਹ ਐਸਾ ਨਿਆਂ ਕਰਦਾ ਉਹ ਪਰਮਾਤਮਾ ਜਿਸ ਦੇ ਵਿੱਚ ਕੋਈ ਔਕਾਈ ਨਹੀਂ ਹੁੰਦੀ। ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ। ਉਹ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ ਰੱਖਣ ਵਾਲਾ ਹੈ। ਪਾਤਸ਼ਾਹ ਕਹਿੰਦੀ ਪੂਰਾ ਨਿਉ ਕਰੇ ਕਰਤਾਰ, ਆਪਣੇ ਦਾਸ ਕੋ ਰਖਨਹਾਰ। ਅੱਗੇ ਫੇਰ ਸਤਿਗੁਰੂ ਅਕਸਰ ਕਰਦੇ ਨੇ। ਸਤਿਗੁਰੂ ਕਹਿੰਦੇ ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜਾ ਵੱਡ ਤਾਪ।
ਆਦਿ ਦਾ ਭਾਵ ਹੁੰਦਾ ਹੈ ਸ਼ੁਰੂ ਤੋਂ। ਜੁਗਾਦ ਦਾ ਭਾਵ ਹੁੰਦਾ ਹੈ ਜੁਗਾਂ ਦੇ ਸ਼ੁਰੂ ਤੋਂ। ਪ੍ਰਗਟ ਦਾ ਭਾਵ ਹੁੰਦਾ ਹੈ ਪ੍ਰਗਟ ਹੁੰਦਾ ਆਇਆ ਹੈ। ਮੂਆਂ ਦਾ ਭਾਵ ਹੁੰਦਾ ਹੈ ਆਤਮਕ ਮੋਤੀ ਮਰਦਾ ਹੈ। ਉਪਜ ਦਾ ਭਾਵ ਹੁੰਦਾ ਹੈ ਉਪਜ ਕੇ ਪੈਦਾ ਹੋ ਕੇ। ਤਾਪ ਦਾ ਭਾਵ ਹੁੰਦਾ ਹੈ ਦੁੱਖ ਕਲੇਸ਼। ਸਤਿਗੁਰੂ ਕਹਿੰਦੇ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵੱਡ ਤਾਪ। ਸਤਿਗੁਰੂ ਕਹਿੰਦੇ ਹੇ ਭਾਈ, ਸੰਸਾਰ ਦੇ ਸ਼ੁਰੂ ਤੋਂ, ਜੁਗਾਂ ਤੋਂ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਆਇਆ ਹੈ। ਹੇ ਭਾਈ, ਜਗਤ ਦੇ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਆਇਆ ਹੈ ਕਿ ਦੂਸਰਿਆਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪ ਆਤਮਕ ਮੌਤੇ ਮਰਿਆ ਰਹਿੰਦਾ ਹੈ। ਜਿਹੜਾ ਮਨੁੱਖ ਦੂਸਰਿਆਂ ਦੀ ਨਿੰਦਿਆ ਕਰਦਾ ਹੈ। ਨਿੰਦਿਆ ਦੀ ਪਰਿਭਾਸ਼ਾ ਸਤਸੰਗੀ ਵੀ ਗੱਲ ਕੋਈ ਹੈ ਹੀ ਨਹੀਂ, ਆਪਣੇ ਕੋਲੋਂ ਵਾਧੂ ਦੀ ਗੱਲ ਬਣਾ ਕੇ ਕਿਸੇ ਦੀ ਵਾਧੂ ਦੀ ਬਦਨਾਮੀ ਕਰਨੀ, ਉਹਨੂੰ ਕਹਿੰਦੇ ਨੇ ਨਿੰਦਿਆ। ਗੱਲ ਕੋਈ ਹੈ ਨਹੀਂ, ਆਪਣੇ ਕੋਲੋਂ ਵਾਧੂ ਗੱਲ ਬਣਾ ਲਈ, ਵਾਧੂ ਗੱਲ ਬਣਾ ਕੇ ਨਿੰਦਿਆ ਕਰਤੀ, ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ। ਤੇ ਦੂਸਰਿਆਂ ਦੀ ਜਿਹੜਾ ਨਿੰਦਿਆ ਕਰਦਾ ਨਾ ਮਨੁੱਖਾ, ਉਹ ਆਪ ਆਤਮਕ ਮੌਤੇ ਮਰਿਆ ਰਹਿੰਦਾ ਹੈ। ਨਿੰਦਿਆ ਕਰਨ ਵਾਲਾ, ਉਸਦੇ ਆਪਣੇ ਅੰਦਰ ਨਿੰਦਿਆ ਦੇ ਕਾਰਨ ਬੜਾ ਦੁੱਖ ਕਲੇਸ਼ ਬਣਿਆ ਰਹਿੰਦਾ ਉਸ ਮਨੁੱਖ ਦੇ ਅੰਦਰ, ਜਿਹੜਾ ਨਿੰਦਕ ਮਨੁੱਖ ਹੈ। ਅੱਗੇ ਸਤਿਗੁਰੂ ਕਹਿੰਦੇ ਤਿੰਨ ਮਾਰਿਆ ਜੇ ਰੱਖਾ ਨਾ ਕੋਈ, ਆਗੈ ਪਾਸੈ ਮੰਦੀ ਸੋਏ। ਤਿੰਨ ਦਾ ਭਾਵ ਹੁੰਦਾ ਹੈ ਉਸ ਪਰਮਾਤਮਾ ਨੇ। ਜੇ ਦਾ ਭਾਵ ਹੁੰਦਾ ਹੈ ਜੇ ਮਾਰੇ ਨੂੰ। ਆਗੈ ਦਾ ਭਾਵ ਹੁੰਦਾ ਹੈ ਪਰਲੋਕ ਵਿੱਚ। ਪਾਸਾ ਦਾ ਭਾਵ ਹੁੰਦਾ ਹੈ ਇਸ ਲੋਕ ਦੇ ਵਿੱਚ। ਮੰਦੀ ਸੋਏ ਦਾ ਭਾਵ ਹੁੰਦਾ ਹੈ ਬਦਨਾਮੀ, ਕਲੰਕਕ। ਸਤਿਗੁਰੂ ਕਹਿੰਦੇ ਤਿੰਨ ਮਾਰਿਆ ਜੇ ਰੱਖਾ ਨਾ ਕੋਈ, ਆਗੈ ਪਾਸੈ ਮੰਦੀ ਸੋਏ। ਹੇ ਭਾਈ, ਜਿਹੜਾ ਆਪਣੇ ਤੋਂ ਮਾੜਿਆਂ ਦੇ ਨਾਲ ਵਧੀਕੀ ਕਰਦਾ ਹੈ, ਜਿਹੜਾ ਆਪਣੇ ਤੋਂ ਮਾੜਿਆਂ ਦੇ ਨਾਲ ਵਧੀਕੀ ਕਰਨ ਵਾਲੇ ਮਨੁੱਖ, ਜਿਹੜੇ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ, ਗਰੀਬਾਂ ਉੱਤੇ ਵਧੀਕੀ ਕਰਨ ਵਾਲੇ ਮਨੁੱਖ ਨੂੰ ਉਸ ਪਰਮਾਤਮਾ ਨੇ ਆਪ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ। ਜਿਹੜਾ ਮਨੁੱਖ ਹੰਕਾਰੀ ਬਣ ਜਾਂਦਾ ਨਾ, ਹੰਕਾਰ ਦੇ ਅਧੀਨ ਹੋ ਕੇ ਫਿਰ ਮਨੁੱਖ ਆਪਣੇ ਤੋਂ ਕਮਜ਼ੋਰ ਬੰਦਿਆਂ ਉੱਤੇ ਆਪਣਾ ਦਬਦਬਾ ਬਣਾ ਕੇ ਰੱਖਦਾ ਹੈ, ਉਹਨਾਂ ਨੂੰ ਦਬਾ ਕੇ ਰੱਖਦਾ ਹੈ। ਜਿਹੜਾ ਐਸਾ ਮਨੁੱਖ ਹੁੰਦਾ ਹੈ ਨਾ, ਉਸ ਨੂੰ ਪਰਮਾਤਮਾ ਨੇ ਆਪ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ। ਤੇ ਜਿਸ ਤੋਂ ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾ ਨਹੀਂ ਸਕਦਾ, ਐਸੇ ਮਨੁੱਖ ਨੂੰ ਬਚਾਉਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਜਿਹੇ ਮਨੁੱਖ ਦੀ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਬਦਨਾਮੀ ਹੀ ਹੁੰਦੀ ਹੈ, ਜਿਹੜਾ ਦੂਸਰਿਆਂ ਦੇ ਨਾਲ, ਆਪਣੇ ਤੋਂ ਕਮਜ਼ੋਰ ਬੰਦਿਆਂ ਦੇ ਨਾਲ ਧੱਕਾ ਕਰਦਾ ਹੈ। ਜਿਹੜਾ ਮਨੁੱਖ ਇਸ ਲੋਕ ਦੇ ਵਿੱਚ ਵੀ ਉਹਦੀ ਬਦਨਾਮੀ, ਤੇ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਊਗਾ ਉਸ ਸਮੇਂ ਵੀ ਉਸ ਮਨੁੱਖ ਦੀ ਆਪਣੇ ਤੋਂ ਕਮਜ਼ੋਰ ਬੰਦਿਆਂ ਦੇ ਨਾਲ ਧੱਕਾ ਕਰਨ ਵਾਲੇ ਦੀ ਬਦਨਾਮੀ ਹੁੰਦੀ ਹੈ। ਗੁਰੂ ਪਾਤਸ਼ਾਹ ਕਹਿੰਦੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਆਪਣੇ ਦਾਸ ਰੱਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ। ਕੰਠ ਦਾ ਭਾਵ ਹੁੰਦਾ ਹੈ ਗਲ ਦੇ ਨਾਲ, ਲਾਏ ਦਾ ਭਾਵ ਹੁੰਦਾ ਲਾ ਕੇ।
सतगुरु कहते हे नानक आख परमात्मा अपने सेवकां नूं अपने गल दे नाल ला के रखदा है, अपन तो दूर नहीं करता। परमात्मा अपने सेवकां नूं हमेशा अपने नेड़े रखदा है। परमात्मा भाव उन्हां दे उत्ते आत्मक जीवन का पूरा ध्यान रखदा है। हे भाई उस अकाल पुरख वाहिगुरू परमेश्वर की शरण पाओ ते उस परमात्मा के नाम का सदा सिमरन करते रहना चाहिए है। ऐसे परमात्मा के बचनों का ध्यान सदा ही अपने हिरदे विच रखना चाहिए है। ते सतगुरु कहते गौड़ी मंगला पंजवा महजर झूठा की तोन आप पापी को लागा संताप। महजर का भाव होंदा सत्संग जी, ये अरबी भाषा का शब्द है महजर, अरबी भाषा की। ते इहदा भाव होंदा सत्संग जी मेजरनामा। किसी के विरुद्ध की हुई शिकायत जिस दे उत्ते बहुतिਆਂ ने अपने दस्तखत किए होण, जिवें किसी के विरुद्ध कोई मता पाया जाता है उत्ते बहुत सारे दस्तखत कर देंगे ने भी असीं तुहाडे नाल सहमत हाँ, इहदी मनुख की शिकायत होनी चाहिए है। उहनूं कहंदे ने मेजरनामा। ते महजर अरबी भाषा का शब्द है सत्संग सतगुरां ने वरत्या अपनी बाणी दे विच। कीतोन का भाव हुंदा है कीता उस परमात्मा ने कर दिता। संताप का भाव हुंदा है कलेश। सतगुरु अर्जन देव महाराज इन्हां बचनां दे नाल बख्श करदे ने। पातशाह कहंदे हे भाई वेखो साडे विरुद्ध तैयार किया होया मेजरनामा अकाल पुरख वाहिगुरू परमेश्वर ने झूठा साबित करता। ते झूठ अनर्थ थोपण वाले पापियां नूं आत्मक तौर ते बड़ा दुख कलेश होया, जिन्हां ने साडे विरुद्ध समय की हुकूमत नूं मेजरनामे लिख के दिते, दस्तखत करके दिते। ते वाहिगुरू ने किरपा की साडी रखिया की, वो मेजरनामा झूठा साबित होया। अपने को समा थोड़ा है, ये सारी सतगुरु जीवन के नाल जिवें उस समय सतगुरां के विरुद्ध समय दीयां सरकारां नूं मेजरनामे लिख के भेजे गए तो किद्दां वो झूठे साबित होए, ये अपने को समा थोड़ा है, नहीं आपां खुल के विचारना सी। ते सतगुरु कहंदे वेखो साडे विरुद्ध तैयार किया होया मेजरनामा उस अकाल पुरख वाहिगुरू परमेश्वर ने आप झूठा साबित कर दिता। ते परमात्मा की दरगाह दे विच अपना वो आत्म तौर ते वो मनुख बड़े दुख कलेश दे विच उन्होंने जीवन गुजारन किया। ते अगे सतगुरु अर्जन देव महाराज फिर बख्शे करते ने। पातशाह कहंदे जिसे सहाई गोबिंद मेरा, जिसे सहाई गोबिंद मेरा तिसका जम नहीं आवे नेरा रहाओ। जिसे सहाई का भाव हुंदा है जिसकी सहायता करने वाला। जम का भाव हुंदा है मौत डर, नेरा का भाव हुंदा है नेड़े। सतगुरु कहंदे हे भाई मेरा गोबिंद मेरा वो अकाल पुरख वाहिगुरू परमेश्वर जिस मनुख का सहाई बनता है ना, उसनूं मौत का डर ते होर कोई दुनियावी डर पो नहीं सकता, जिहदी सहायता अकाल पुरख वाहिगुरू परमेश्वर करता है। उन्होंने कोई डर नहीं पो सकता। ते अगे सतगुरु फिर बख्शे करते ने कि साची दरगाह बोलै कूड़ सिरहात पसोड़ा अंधा मूड़।
ਕੂੜ ਦਾ ਭਾਵ ਹੁੰਦਾ ਹੈ ਝੂਠ। ਹਾਥ ਪਛੋੜੇ ਦਾ ਭਾਵ ਹੁੰਦਾ ਹੈ ਹੱਥਾਂ ਦੇ ਨਾਲ ਪਟਕਦਾ ਹੈ। ਮੂੜ ਦਾ ਭਾਵ ਹੁੰਦਾ ਹੈ ਮੂਰਖ। ਸਤਿਗੁਰੂ ਕਹਿੰਦੇ ਹੇ ਭਾਈ, ਜਿਹੜਾ ਮਨੁੱਖ ਕਿਸੇ ਨੂੰ ਹਾਨੀ ਪਹੁੰਚਾਉਣ ਵਾਸਤੇ ਝੂਠ ਬੋਲਦਾ ਰਹਿੰਦਾ ਹੈ, ਜਿਹੜਾ ਮਨੁੱਖ ਕਿਸੇ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਝੂਠ ਬੋਲਦਾ, ਉਹ ਅੰਨਾ ਮੂਰਖ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਪਣਾ ਸਿਰ ਆਪਣੇ ਹੱਥਾਂ ਦੇ ਨਾਲ ਪਿੱਟਦਾ ਰਹਿੰਦਾ ਹੈ, ਆਪਣੇ ਸਿਰ ਨੂੰ ਆਪ ਕੁੱਟਦਾ ਹੈ। ਉਹ ਮਨੁੱਖ ਜਿਹੜਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਝੂਠ ਬੋਲਦਾ ਰਹਿੰਦਾ ਹੈ। ਭਾਵ ਉਸ ਮਨੁੱਖ ਨੂੰ ਫਿਰ ਪਛਤਾਉਣਾ ਪੈਂਦਾ, ਉਹਦੇ ਪੱਲੇ ਪਛਤਾਵਾ ਪੈ ਜਾਂਦਾ ਹੈ, ਜਿਹੜਾ ਝੂਠ ਬੋਲ ਕੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਪਾਤਸ਼ਾਹ ਕਹਿੰਦੇ ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਵਿਆਪੇ ਦਾ ਭਾਵ ਹੁੰਦਾ ਹੈ ਘਿਰੇ ਹੋਏ, ਦਬਾਏ ਹੋਏ। ਅਦਲੀ ਦਾ ਭਾਵ ਹੁੰਦਾ ਹੈ ਨਿਆਂ ਕਰਨ ਵਾਲਾ, ਇਨਸਾਫ ਕਰਨ ਵਾਲਾ। ਸਤਿਗੁਰੂ ਕਹਿੰਦੇ ਹੇ ਭਾਈ, ਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ ਕਚਹਿਰੀ ਲਾ ਕੇ ਬੈਠਾ ਹੋਇਆ ਹੈ। ਉਹ ਪਰਮੇਸ਼ਰ ਆਪ ਨਿਆਂ ਕਰਨ ਵਾਲਾ ਬਣ ਕੇ, ਇਨਸਾਫ ਕਰਨ ਵਾਲਾ ਬਣ ਕੇ ਕਚਹਿਰੀ ਲਾਈ ਬੈਠਾ ਹੋਇਆ ਹੈ। ਉਸ ਦੇ ਨਾਲ ਕੋਈ ਠੱਗੀ ਨਹੀਂ ਹੋ ਸਕਦੀ। ਜਿਹੜੇ ਮਨੁੱਖ ਮੰਦੇ ਕਰਮ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਜਿਹੜੇ ਮਨੁੱਖ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਦੇ ਨਿਆਂ ਅਨੁਸਾਰ ਉਹ ਅਨੇਕਾਂ ਰੋਗਾਂ ਦੇ ਵਿੱਚ ਗ੍ਰਸਤ ਰਹਿੰਦੇ ਨੇ। ਜਿਹੜੇ ਮਾੜੇ ਕਰਮ ਕਰਦੇ ਨੇ, ਜਾਂ ਇਦਾਂ ਕਹਿ ਲਓ, ਉਹਨਾਂ ਮਨੁੱਖਾਂ ਨੂੰ ਰੋਗ ਹੀ ਰੋਗ ਆ, ਦੁੱਖ ਕਲੇਸ਼ ਹੀ ਕਲੇਸ਼ ਉਹਨਾਂ ਨੂੰ ਚਿੰਬੜੇ ਰਹਿੰਦੇ ਨੇ, ਉਹਨਾਂ ਮਨੁੱਖਾਂ ਨੂੰ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਕਿ ਆਪਨ ਕਮਾਇਆ ਆਪੇ ਵਾਧੇ, ਦਰਬ ਗਿਆ ਸਭ ਜੀ ਕੈ ਸਾਥ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਧਨ ਆਦਿਕ ਦੀ ਖਾਤਰ ਜੀਵ ਬਹੁਤ ਸਾਰੇ ਪਾਪ ਕਰਦੇ ਨੇ। ਜ਼ਿਆਦਾ ਧਨ ਕਮਾਉਣ ਦੀ ਖਾਤਰ, ਵੱਡੇ ਅਮੀਰ ਬਣਨ ਦੀ ਖਾਤਰ ਮਨੁੱਖ ਬਹੁਤ ਪਾਪ ਕਰਦੇ ਨੇ। ਪਰ ਸਾਰਾ ਹੀ ਧਨ ਜਿੰਦ ਦੇ ਨਾਲ ਹੀ ਜੀਵ ਦੇ ਹੱਥੋਂ ਚਲਿਆ ਜਾਂਦਾ ਹੈ। ਮਨੁੱਖ ਦੇ ਪੱਲੇ ਕੁਛ ਨਹੀਂ ਰਹਿੰਦਾ, ਤੇ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜੀਵ ਆਪ ਹੀ ਮੋਹ ਦੇ ਬੰਧਨਾਂ ਦੇ ਵਿੱਚ ਬੱਧੇ ਰਹਿੰਦੇ ਨੇ। ਧਨ ਕਮਾ ਕੇ ਲਿਆਉਂਦੇ ਨੇ, ਪਾਪ ਆਪ ਮਨੁੱਖ ਕਰਦਾ ਹੈ। ਧਨ ਇਕੱਠਾ ਕਰਨ ਦੀ ਖਾਤਰ ਲਿਆ ਕੇ ਆਪਣੇ ਧੀਆਂ ਪੁੱਤਰਾਂ ਦੇ ਉੱਪਰ ਵਾਰ ਦਿੰਦਾ ਹੈ। ਪਰ ਉਹ ਮਾੜੇ ਕਰਮਾਂ ਦਾ ਲੇਖਾ ਜੋਖਾ ਇਸ ਮਨੁੱਖ ਨੂੰ ਨਹੀਂ ਪਤਾ ਵੀ ਇਹ ਮਾੜੇ ਕਰਮਾਂ ਦਾ ਲੇਖਾ ਜੋਖਾ ਮੈਨੂੰ ਦੇਣਾ ਪੈਣਾ ਹੈ। ਤੇ ਇਹ ਮਾਇਆ ਦੇ ਮੋਹ ਦੇ ਵਿੱਚ ਇਹ ਮਨੁੱਖ ਬੱਝੇ ਰਹਿੰਦੇ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਕਿ ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰਾ ਕਰਤਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਨਾਨਕ, ਆਖ ਜਿਹੜੇ ਮਨੁੱਖ, ਜਿਹੜੇ ਬੰਦੇ ਪਰਮਾਤਮਾ ਦੀ ਸ਼ਰਨ ਪੈਂਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਪੈਂਦੇ ਨੇ, ਪਰਮਾਤਮਾ ਦੇ ਦਰ ਤੇ ਡਿੱਗਦੇ ਨੇ, ਉਹਨਾਂ ਦੀ ਇੱਜ਼ਤ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਦਾ ਹੀ ਰੱਖੀ ਹੋਈ ਹੈ। ਆਪਣੇ ਸੇਵਕਾਂ ਦੀ ਲਾਜ ਪਰਮਾਤਮਾ ਆਪ ਸ਼ੁਰੂ ਤੋਂ ਹੀ ਰੱਖਦਾ ਆਇਆ ਹੈ।
ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ। ਜਿਹੜੇ ਮਨੁੱਖ ਉਹਦੇ ਦਰ ਤੇ ਆ ਕੇ ਡਿੱਗ ਪੈਂਦੇ ਨੇ, ਉਹਦੀ ਸਰਨ ਵਿੱਚ ਪੈ ਜਾਂਦੇ ਨੇ, ਤੇ ਸਰਨ ਆਏ ਦੀ ਲਾਜ, ਸਰਨ ਆਏ ਨੂੰ ਗਲ ਲਾਉਣਾ ਉਹਦਾ ਬਿਰਧ ਹੈ ਉਸ ਪਰਮਾਤਮਾ ਦਾ। ਸੋ ਇਹ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ।